ਸਤਿ ਸ਼੍ਰੀ ਅਕਾਲ ਜੀ। ਇੰਡੀਅਨ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅਰੁਣ ਆਹੂਜਾ। ਹੈਲਥ ਸੈਗਮੈਂਟ ਦੇ ਵਿੱਚ ਅਸੀਂ ਅੱਜ ਰਿਐਲਿਟੀ ਚੈੱਕ ਕਰਨ ਡੇਰਾਬੱਸੀ ਦੇ ਵਿੱਚ ਪਹੁੰਚੇ ਆ ਪੰਜਾਬ ਦੇ ਵਿੱਚ। ਤੇ ਅਜੀਬੋ ਗਰੀਬ ਇੱਕ ਧਾਰਨਾ ਜਿਹੜੀ ਆਚਾਰਿਆ ਮਨੀਸ਼, ਉਹਨਾਂ ਦਾ ਨਾਮ ਵੈਸੇ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈਗਾ, ਕਿਉਂਕਿ ਆਯੁਰਵੇਦ ਦੇ ਇਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਵੱਖਰੇ ਕੀਰਤੀਮਾਨ ਸਥਾਪਿਤ ਕੀਤੇ ਨੇ। ਜ਼ੀਰੋ ਤੋਂ ਸਟਾਰਟ ਕਰਕੇ ਅੱਜ ਬੁਲੰਦੀਆਂ ਤੇ ਪਹੁੰਚੇ ਨੇ। ਤੇ ਕੰਮ ਕੀ ਹੈਗਾ ਉਹਨਾਂ ਦਾ? ਲੋਕਾਂ ਨੂੰ ਹੈਲਥ ਦੇਣਾ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਇਹ ਸਾਰੇ ਪੇਸ਼ੈਂਟਸ ਨੇ। ਇਹਨਾਂ ਦਾ ਇਲਾਜ ਇਹਨਾਂ ਦੇ ਹਸਪੀਟਲ ਦੇ ਵਿੱਚ ਚੱਲ ਰਿਹਾ ਸੀਗਾ। ਬਹੁਤ ਘੱਟ ਪੈਸਿਆਂ ਦੇ ਵਿੱਚ ਇਹ ਦਾਅਵਾ ਕਰਦੇ ਨੇ ਕਿ ਬਿਲਕੁਲ ਨਾਮਾਤਰ ਤਰੀਕੇ ਦੇ ਨਾਲ ਜਿਹੜਾ ਇਲਾਜ ਕੀਤਾ ਜਾਂਦਾ। ਘਰੇਲੂ ਜਿਹੜੀ ਰਸੋਈ ਦੇ ਵਿੱਚ ਜਿਹੜੀਆਂ ਚੀਜ਼ਾਂ ਹਰੇਕ ਘਰ ਦੇ ਵਿੱਚ ਮਿਲ ਸਕਦੀਆਂ ਨੇ, ਉਹਨਾਂ ਦੇ ਨਾਲ ਇਲਾਜ ਕੀਤਾ ਜਾਂਦਾ। ਆਚਾਰਿਆ ਮਨੀਸ਼ ਜੀ ਦੇ ਨਾਲ ਗੱਲਬਾਤ ਕਰਦੇ ਆ, ਕਿਸ ਤਰ੍ਹਾਂ ਦੀ ਡਾਈਟ ਹੋਣੀ ਚਾਹੀਦੀ ਹੈ। ਤੇ ਇਸ ਤੋਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਅਜੀਬੋ ਗਰੀਬ ਧਾਰਨਾ। ਇਹਨਾਂ ਦਾ ਮੰਨਣਾ ਹੈ ਕਿ ਬੁਖਾਰ ਵੀ ਜੇਕਰ ਸਾਨੂੰ ਆਉਂਦਾ ਹੈ ਤਾਂ ਉਹ ਸਾਡੇ ਲਈ ਲਾਭਦਾਇਕ ਹੈ। ਉਹ ਕਿੱਦਾਂ ਹੈਗਾ? ਕਿਉਂਕਿ ਬੁਖਾਰ ਚੜ੍ਹਦਾ, ਲੋਕ ਹਸਪਤਾਲਾਂ ਦੇ ਵਿੱਚ ਪਹੁੰਚ ਜਾਂਦੇ ਨੇ। ਆਚਾਰਿਆ ਜੀ, ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਪੰਜਾਬ ਤੇ। ਨਮਸਕਾਰ ਸਰ। ਅੱਛਾ, ਆ ਕੀ ਹੈਗਾ ਜੀ? ਇਹਦੇ ਬਾਰੇ ਥੋੜਾ ਵਿਸਥਾਰ ਨਾਲ ਦੱਸੋ। ਇਹ ਦੁਨੀਆ ਦੀ ਸਾਰੀ ਬਿਮਾਰੀਆਂ ਦਾ ਇਲਾਜ ਹੈ ਜੀ। ਭਾਵੇਂ ਤੁਸੀਂ ਪੂਰਾ ਕੈਮਰਾ ਘੁਮਾ ਦਿਓ, ਦੁਨੀਆ ਦੀ ਵੱਡੀ ਤੋਂ ਵੱਡੀ ਬਿਮਾਰੀ ਹੋਵੇ ਜਿੰਦੇ ਵਾਸਤੇ ਲੋਕ ਗਰੀਬ ਹੋ ਜਾਂਦੇ ਨੇ, ਪਲਾਟ ਵਿਕ ਜਾਂਦੇ ਆ, ਮਕਾਨ ਵਿਕ ਜਾਂਦੇ ਆ, ਕਰਜ਼ਾ ਚੜ ਜਾਂਦਾ ਹੈ, ਉਹ ਸਭ ਦਾ ਇਲਾਜ ਇਸ ਟੇਬਲ ਦੇ ਉੱਤੇ ਲੱਗਿਆ ਹੋਇਆ ਹੈ। ਇਹਦੇ ਇਲਾਵਾ ਬਾਹਰ ਜਾਣ ਦੀ ਲੋੜ ਨਹੀਂ ਕਿੱਥੇ ਵੀ, ਸਾਰਾ ਇਲਾਜ ਇੱਥੇ ਹੀ ਹੈਗਾ। ਠੀਕ ਹੈ। ਬਸ ਇੱਕ ਪਲੇਟ ਨੂੰ ਆਪਾਂ ਢੱਕਣਾ ਹੈ, ਦੂਜੀ ਪਲੇਟਾਂ ਨੂੰ ਆਪਾਂ ਚੱਕਣਾ ਹੈ। ਇਹ ਸਾਰਾ ਇਲਾਜ ਹੈਗਾ ਜੀ। ਹੁਣ ਤੁਸੀਂ ਆਪ ਸਮਝ ਸਕਦੇ ਹੋ ਕਿ ਬਿਮਾਰ ਆਪਾਂ ਹੋ ਰਹੇ ਹਾਂ ਇਸ ਵਜ੍ਹਾ ਤੋਂ, ਆਪਾਂ ਬਿਮਾਰ ਹੋ ਰਹੇ ਹਾਂ ਇਸ ਵਜ੍ਹਾ ਤੋਂ। ਅੱਛਾ, ਸ਼ੁਰੂਆਤ ਕਿੱਦਾਂ ਕਰਨੀ ਚਾਹੀਦੀ ਹੈ ਹਰੇਕ ਵਿਅਕਤੀ ਨੂੰ? ਸ਼ੁਰੂਆਤ ਐਵੇਂ ਕਰਨੀ ਚਾਹੀਦੀ ਹੈ, ਜਿਹਨੂੰ ਵੀ ਆਪਾਂ ਰੋਟੀ ਕਹਿੰਦੇ ਆ, ਖਾਣਾ ਕਹਿੰਦੇ ਆ। ਜਿਵੇਂ ਆਹ ਛੋਲੇ ਹੈਗੇ ਆ, ਆਹ ਦਾਲ ਹੈ, ਆਹ ਚਾਵਲ ਨੇ, ਆਹ ਰੋਟੀ ਹੈ, ਆਪਾਂ ਇਹਨਾਂ ਨੂੰ ਖਾਣਾ ਕਹਿੰਦੇ ਆ। ਅੱਜ ਤੋਂ ਬਾਅਦ ਆਹ ਮੱਖਣ ਨੂੰ ਆਪਾਂ ਇਸ ਖਾਣੇ ਨੂੰ ਕਹਿਣਾ ਹੈ ਪਲੇਟ 2 ਜੀ। ਯਾਨੀ ਕਿ ਇਹ ਖਾਣਾ ਬਣ ਜਾਏਗਾ ਪਲੇਟ ਜੀ 2। ਹੁਣ ਆਪਾਂ ਨੂੰ ਪਲੇਟ 1 ਡਿਸਾਈਡ ਕਰਨੀ ਹੈ ਉਹ ਕੀ ਹੋਣੀ ਹੈ। 12 ਵਜੇ ਤੱਕ ਤੁਸੀਂ ਜਦੋਂ ਵੀ ਸਵੇਰੇ ਉੱਠਦੇ ਹੋ, 12 ਵਜੇ ਤੱਕ ਤੁਸੀਂ ਜੋ ਵੀ ਤੁਹਾਡੇ ਘਰੇ ਫਰੂਟ ਅਵੇਲੇਬਲ ਹੈ, ਜਿਵੇਂ ਆਮ ਅਮਰੂਦ ਲੈ ਲਿਆ, ਮੈਂ ਇੱਕ ਸੇਬ ਲੈ ਲਿਆ, ਸੰਤਰਾ ਲੈ ਲਿਆ, ਥੋੜਾ ਪਾਈਨਐਪਲ, ਥੋੜਾ ਪਪੀਤਾ, ਜੋ ਵੀ ਫਰੂਟ ਪਿਆ ਘਰੇ, ਇਹਦੀ ਪੂਰੀ ਇੱਕ ਪਲੇਟ ਬਣਾ ਲਓ ਜੀ। ਯਾਨੀ ਕਿ ਮੰਨ ਕੇ ਚੱਲੋ ਆਹ ਪਲੇਟ ਬਣ ਗਈ ਜੀ। ਆਪਾਂ ਇਸ ਪਲੇਟ ਨੂੰ ਕਹਿਣਾ ਹੈ ਪਲੇਟ 1, ਯਾਨੀ ਕਿ ਇਹ ਬਣ ਗਈ ਪਲੇਟ 1। ਅਗਰ ਆਪਾਂ ਆਪਣਾ ਵਜਨ ਗੁਣਾ 10 ਗ੍ਰਾਮ, ਜਿਵੇਂ ਆ ਵੇਇੰਗ ਮਸ਼ੀਨ ਵੀ ਪਈ ਹੈ ਇੱਧਰ, ਵਜਨ ਤੋਲ ਲਓ। ਜਿਵੇਂ ਮੇਰਾ ਵਜਨ ਮੰਨ ਲਓ 65 ਕਿਲੋ ਹੈ ਤਾਂ 650 ਗ੍ਰਾਮ, ਤੁਹਾਡਾ ਮੰਨ ਲਓ 75 ਕਿਲੋ ਹੈ ਤਾਂ 750 ਗ੍ਰਾਮ, ਕਿਸੇ ਦਾ 40 ਕਿਲੋ ਦਾ 400 ਗ੍ਰਾਮ। ਜਿੰਨਾ ਵਜਨ ਹੈ ਗੁਣਾ 10 ਕਰ ਲਓ। ਇਹ ਪਲੇਟ 12 ਵਜੇ ਤੱਕ ਖਾਣੀ ਹੈ। ਤੇ ਸ਼ੂਗਰ ਹੋਵੇ, ਬੀਪੀ ਹੋਵੇ, ਥਾਇਰਾਇਡ ਹੋਵੇ, ਉਹ ਰਿਵਰਸ ਹੋ ਜਾਊਗਾ। ਤੇ ਇਹ ਬਣ ਗਈ ਪਲੇਟ 1। ਹੁਣ ਇਹ ਬਣ ਗਈ ਤੁਹਾਡੀ ਪਲੇਟ 2। ਬਸ ਗਲਤੀ ਕੀ ਕਰਦੇ ਆ ਲੋਕ, ਇੱਕ ਟਾਈਮ ਵਿੱਚ 2 ਅਨਾਜ ਖਾਂਦੇ ਆ। ਕਦੀ ਵੀ ਚਾਵਲ ਖਾਣਾ ਹੈ ਤੇ ਰੋਟੀ ਨਹੀਂ ਖਾਣੀ। ਠੀਕ ਹੈ, ਅਗਰ ਰੋਟੀ ਖਾਣੀ ਹੈ ਤਾਂ ਚਾਵਲ ਨਹੀਂ ਖਾਣੇ ਪੂਰੇ ਦਿਨ ਵਿੱਚ। ਇੱਕ ਦਿਨ 24 ਘੰਟੇ 'ਚ ਇੱਕ ਅਨਾਜ ਖਾਣਾ ਹੈ। ਅਮੂਮਨ ਦੇਖਿਆ ਜਾਂਦਾ ਚਾਵਲ ਦੇ ਨਾਲ ਹੀ ਰੋਟੀ ਖਾਂਦੇ ਨੇ ਸਰ। ਦੋਨੋਂ ਅਨਾਜ ਦਾ ਗਲਾਈਸੀਮਿਕ ਇੰਡੈਕਸ ਅਲੱਗ ਹੈ। ਦੋਨੋਂ ਅਨਾਜ ਦਾ ਬੋਡੀ ਦੇ ਅੰਦਰ ਜਿਹੜਾ ਸਿਕ੍ਰੇਸ਼ਨ ਆਫ ਗਲੂਕੋਜ਼ ਹੈ ਉਹ ਡਿਫਰੈਂਟ ਵੇ ਨਾਲ ਹੁੰਦਾ ਹੈ। ਆਪਾਂ ਇਹੀ ਤਾਂ ਗਲਤੀਆਂ ਕਰ ਰਹੇ ਹਾਂ। ਠੀਕ ਹੈ। ਜਿਹੜਾ ਪੂਰੇ ਦੇਸ਼ ਵਿੱਚ ਅੱਜ ਸ਼ੂਗਰ 10 ਕਰੋੜ ਲੋਕ ਬੀਪੀ ਗੋਲੀ ਖਾ ਰਹੇ ਹੈ, 10 ਕਰੋੜ ਲੋਕ ਸ਼ੂਗਰ ਦੀ ਗੋਲੀ ਖਾ ਰਹੇ ਆ, 8 ਕਰੋੜ ਲੋਕ ਥਾਇਰਾਇਡ ਦੀ ਗੋਲੀ ਖਾ ਰਹੇ ਆ। ਉਹ ਗਲਤੀ ਕੀ ਕਰ ਰਹੇ ਆ? ਅੱਛਾ, ਇੱਕ ਹੋਰ ਵੱਡੀ ਗੱਲ ਹੈਗੀ ਆ, ਕਈ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਨੇ। ਥਾਇਰਾਇਡ ਹੈਗਾ, ਉਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਕਿਡਨੀਆਂ ਫੇਲ ਹੋ ਚੁੱਕੀਆਂ ਨੇ, ਡਾਇਲਿਸਿਸ ਹੁੰਦੇ ਨੇ, ਲੱਖਾਂ ਕਰੋੜਾਂ ਰੁਪਏ ਤੱਕ ਲੋਕ ਖਰਚ ਦਿੰਦੇ ਨੇ, ਕਿਉਂਕਿ ਡਾਕਟਰਸ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਟ੍ਰਾਂਸਪਲਾਂਟ ਕਰਨਾ ਪੈਣਾ। ਉਸ ਤੋਂ ਬਿਨਾਂ ਹੀ ਇਹ ਘਰੇਲੂ ਚੀਜ਼ਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਪਚਾਰ ਹੁੰਦਾ। ਆਚਾਰਿਆ ਮਨੀਸ਼ ਜੀ, ਅੱਗੇ ਥੋੜੀ ਹੋਰ ਜਾਣਕਾਰੀ ਮਿਲਵਾ ਦੇਣਾ ਤੁਸੀਂ। ਮੈਂ ਚਾਹੂੰਗਾ ਪੇਸ਼ੈਂਟ ਨੂੰ ਹੀ ਪੁੱਛ ਲਓ ਤੁਸੀਂ, ਆ ਕਿੱਥੋਂ ਆਏ ਆ, ਕੀ ਹੈ, ਤੁਸੀਂ ਆਪਣੇ ਤਰੀਕੇ ਨਾਲ ਇਹਨਾਂ ਦਾ ਪ੍ਰੋਪਰ ਉਹ ਕਰੋ। ਅੱਛਾ, ਇੱਕ ਹੋਰ ਅਹਿਮ ਜਾਣਕਾਰੀ ਦੇਣਾ ਚਾਹੁੰਦਾ। ਇਹ ਜਿਹੜੇ ਤੁਸੀਂ ਸਾਰੇ ਪੇਸ਼ੈਂਟ ਦੇਖ ਰਹੇ ਹੋ, ਇਹ ਪੰਜਾਬ ਦੇ ਨਹੀਂ ਹੈਗੇ, ਇਹ ਬਾਹਰਲੇ ਸੂਬਿਆਂ ਤੋਂ ਆਏ ਹੋਏ ਨੇ, ਬੜੀ ਦੂਰੋਂ ਆਏ ਹੋਏ ਨੇ। ਲੋਕ ਪੁੱਛਦੇ ਨੇ ਆਚਾਰਿਆ ਮਨੀਸ਼ ਅੱਜ ਕਿੱਥੇ ਮਿਲਣਗੇ ਉੱਥੇ ਆ ਕੇ। ਇਹ ਉਹ ਮਰੀਜ਼ ਨੇ ਜਿਹੜੇ ਪਿਛਲੇ ਤਕਰੀਬਨ ਕੋਈ 5 ਦਿਨ ਤੋਂ, ਕੋਈ 10 ਦਿਨ ਤੋਂ, ਕੋਈ 20 ਦਿਨ ਤੋਂ ਇਲਾਜ ਅਧੀਨ ਹੈਗਾ, ਤੇ ਉਹਨਾਂ ਨੂੰ ਕਿੰਨਾ ਕੁ ਫਰਕ ਪਿਆ। ਇਹ ਰਿਐਲਿਟੀ ਚੈੱਕ ਅਸੀਂ ਉਹਨਾਂ ਨੂੰ ਪੁੱਛਣਾ ਹੈਗਾ। ਕੀ ਨਾਮ है जी ਤੁਹਾਡਾ? मेरा नाम सौरभ है। कहाँ से हो आप? मैं हरिद्वार से आया हूँ। हरिद्वार से। क्या बात है। तो क्या था आपको प्रॉब्लम? क्या थी? किडनी में प्रॉब्लम थी मुझे। एक किडनी मेरी बिल्कुल डैमेज हो गई थी दूसरे हॉस्पिटल के हिसाब से। उन्होंने मुझे डायलिसिस बोल दी थी कि डायलिसिस कराओगे तो 5 साल जियोगे जी, और ट्रांसप्लांट कराओगे तो 10 साल जियोगे जी। करवाए फिर? नहीं जी। मैं मेरे को यहाँ पे मैं देखता था वीडियो आपकी। आप चलो एक लोगों के इंसानियत के नाते सही बात पूछूंगा आपसे, आपकी हैसियत थी कि आप ट्रांसप्लांट या डायलिसिस वगैरह का खर्चा झेल सको? बिल्कुल भी नहीं थी मेरी हैसियत। तो फिर आगे क्या सोचा आपने? आगे तो मैंने यही सोचा था
कि मैं ना क्या करूँगा, तो ज़िंदगी ख़त्म हो गई बिल्कुल। लेकिन मुझे यहाँ के बारे में पता लगा तो मैं उसी दिन मैं यहीं पे आया था। मैंने यहाँ पे आके अपने आप को दिखाया। कितने दिन हुए आपको? यहाँ पे मैं छठा दिन है आज। छठा दिन है। हाँ जी। और मेरा बीपी 6 दिन पहले क्या प्रॉब्लम थी आपको बॉडी में? मेरा बीपी हाई रहता था बहुत ज़्यादा। जी। मैं बीपी की गोली खाता था। ओके मेरी बीपी की गोली खानी बिल्कुल बंद हो जी। गई। पैरों में सूजन थी, जी। बिल्कुल बंद हो गई। जी भूख लग रही है, बाथरूम नहीं कर पाता था बिल्कुल भी जी मैं। बहुत ज़्यादा समस्या हो रही थी। जी। अब मुझे बाथरूम भी आ रहा है, पेट साफ मेरा हो रहा है आराम से। अब मुझे इतनी कोई भी मतलब दिक्कत नहीं है किसी भी तरह की। मुझे लगता ही नहीं है कि मुझे किसी का बीमारी है। आभार व्यक्त करोगे अब हाँ इसके लिए? बिल्कुल, मैं सर का आभार बहुत व्यक्त करूँगा, सबका करूँगा, पूरे आचार्य स्टाफ जी, का करूँगा। ਠੀਕ ਹੈ, ਮੈਂ ਮੰਨਦਾ ਤੁਹਾਡੇ ਇਸ ਤਰਕ ਨੂੰ। ਵੱਡੇ ਵੱਡੇ ਹਸਪਤਾਲ ਖੁੱਲੇ ਹੋਏ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦਵਾਈਆਂ ਬਣਾਉਂਦੀਆਂ ਨੇ, ਕਰੋੜਾਂ ਅਰਬਾਂ ਰੁਪਏ ਦਾ ਕਾਰੋਬਾਰ ਹੈ। ਤੁਸੀਂ ਸਿੱਧੀ ਸਿੱਧੀ ਟੱਕਰ ਲੈਣ ਜਾ ਰਹੇ ਹੋ ਉਹਨਾਂ ਦੇ ਨਾਲ। ਤੁਹਾਨੂੰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੋਣਾ। ਅਸਲ ਮਾਇਨਿਆਂ ਦੇ ਵਿੱਚ ਤੁਸੀਂ ਲੋਕਾਂ ਨੂੰ ਘਰੇਲੂ ਉਪਚਾਰ ਦੇ ਨਾਲ ਸੇਧ ਦੇ ਰਹੇ ਹੋ ਤੁਸੀਂ। ਉਹ ਚੁਣੌਤੀਆਂ ਆ ਰਹੀਆਂ ਹੋਣਗੀਆਂ। ਬਿਲਕੁਲ ਸਰ, ਜਦੋਂ ਦਾ ਇਸ ਲੜ ਰਹੇ ਹੋ? ਜਦੋਂ ਦਾ ਇਸ ਲਾਈਨ 'ਚ ਆਏ ਹਾਂ, ਥੋੜ੍ਹੇ ਥੋੜ੍ਹੇ ਦਿਨ ਬਾਅਦ ਕੋਈ ਨਾ ਕੋਈ ਨੋਟਿਸ ਆਉਂਦਾ ਰਹਿੰਦਾ ਹੈ, ਕੋਈ ਨਾ ਕੋਈ ਸਾਡੇ ਪਿੱਛੇ ਪੈ ਜਾਂਦਾ ਹੈ, ਕੋਈ ਨਾ ਕੋਈ ਸਾਡੇ ਕਈ ਤਰ੍ਹਾਂ ਦੇ ਮਤਲਬ ਧਮਕੀਆਂ ਵੀ ਆ ਚੁੱਕੀਆਂ ਜੀ, ਜੀ, ਜੀ। ਲੇਕਿਨ ਅਸੀਂ ਕੀ ਕਰਦੇ ਹਾਂ? ਜੀ ਅਸੀਂ ਕੀ ਕਰਦੇ ਹਾਂ? ਅਸੀਂ ਸਿਰਫ ਔਰ ਸਿਰਫ ਰੱਬ ਤੇ ਭਰੋਸਾ ਕਰਕੇ ਚੱਲ ਰਹੇ ਹਾਂ ਜੀ। ਕਿ ਅਸੀਂ ਇਹ ਕੰਮ ਨਹੀਂ ਕਰਨਾ। ਅਸੀਂ ਆਪਣੀ ਲੜਾਈ ਲੋਕਾਂ ਦੀ ਮਦਦ ਨਾਲ ਜਿੱਤਣੀ ਹੈ। ਜੀ। ਜਿਵੇਂ ਮੈਂ ਇੱਕ ਵੀਡੀਓ ਬਣਾਈ ਸੀ ਕਿ ਅਗਰ ਕਿਸੇ ਨੂੰ ਹਾਰਟ ਅਟੈਕ ਪਵੇ ਜੀ ਤੇ ਜਿੰਨੀ ਦੇਰ ਤੱਕ ਹਸਪੀਟਲ ਨਹੀਂ ਪਹੁੰਚਦੇ, ਜਿੰਨੀ ਦੇਰ ਤੱਕ ਤੁਹਾਡੇ ਕੋਲ ਡਾਕਟਰ ਨਹੀਂ ਪਹੁੰਚਦਾ, ਫਟਾਫਟ ਅਦਰਕ ਚਬਾਣੀ ਸ਼ੁਰੂ ਕਰ ਦਿਓ, ਤੁਹਾਨੂੰ ਫੌਰੀ ਤੌਰ ਤੇ ਆਰਾਮ ਮਿਲ ਜਾਏਗਾ। ਜੀ। ਮੈਨੂੰ ਐਡਾ ਵੱਡਾ ਨੋਟਿਸ ਆ ਗਿਆ ਡਰੱਗ ਐਂਡ ਮੈਜਿਕ ਰੈਮੇਡੀ ਐਕਟ ਦਾ। ਫਿਰ ਮੈਂ ਉਹਦਾ ਜਵਾਬ ਕੀ ਦਿੱਤਾ ਕਿ ਅਦਰਕ ਸਾਡੇ ਘਰ 'ਚ ਕਿਚਨ 'ਚ ਪਈ ਹੈ ਭਾਈ। ਜੀ ਫਿਰ ਮੈਂ ਉਹਨਾਂ ਨੂੰ ਘੱਟੋ ਘੱਟ 20 ਲੋਕਾਂ ਦੇ ਨੰਬਰ ਦੇ ਨਾਮ ਦਿੱਤੇ, ਆ ਜਿਹੜੇ ਜਿਹਨਾਂ ਨੂੰ ਹਾਰਟ ਅਟੈਕ ਪਿਆ ਤੇ ਬਚੇ ਆ ਇਸ ਅਦਰਕ ਖਾ ਕੇ। ਹੁਣ ਇਸ ਤੋਂ ਵੱਡਾ ਕੀ ਪ੍ਰੂਫ ਹੈ? ਉਹ ਕਹਿੰਦੇ ਨਹੀਂ ਜੀ ਇਹ ਸਫੀਸ਼ੀਐਂਟ ਨਹੀਂ ਹੈ। ਫਿਰ ਮੈਂ ਉਹਨਾਂ ਨੂੰ ਪੂਰੀ ਦੁਨੀਆ ਦੀ ਘੱਟੋ ਘੱਟ 60 ਰਿਸਰਚ ਪੇਪਰ ਕੱਢ ਕੇ ਭੇਜਤੇ ਜੀ। ਕਿ ਆਹ ਰਿਸਰਚ ਪੇਪਰ ਹੈਗੇ ਆ ਕਿ ਅਦਰਕ ਖਾਣ ਨਾਲ ਜੀ। ਵੈਸੋਡਾਇਲੇਸ਼ਨ ਹੁੰਦਾ ਹੈ, ਨਾਈਟ੍ਰਿਕ ਆਕਸਾਈਡ ਦਾ ਪ੍ਰੋਡਕਸ਼ਨ ਵੱਧਦਾ ਹੈ। ਜੀ। ਤਾਂ ਜਾ ਕੇ ਉਹਨਾਂ ਨੇ ਉਹ ਨੋਟਿਸ ਨੂੰ ਕਲੀਅਰ ਕੀਤਾ। ਅੱਛਾ, ਇਹ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਦੀ ਬੀਪੀ ਦੀ ਅੱਛਾ, ਗੋਲੀ। ਤੁਸੀਂ ਇੱਕ ਚੀਜ਼ ਹੋਰ ਪੁੱਛੋ ਇਹਨਾਂ ਨੂੰ। ਇੱਕ ਪਹਿਲਾਂ ਇਹਨਾਂ ਕੋਲ ਪੁੱਛੋ ਕਿ ਇਹਨਾਂ ਨੂੰ ਕੀ ਕਿਹਾ ਸੀ ਡਾਕਟਰ ਨੇ ਤੇ ਕਿੰਨੀ ਗੋਲੀਆਂ ਖਾ ਰਹੇ ਸੀ ਤੇ ਇੱਥੇ ਅਸੀਂ ਕੋਈ ਗੋਲੀ ਖਵਾਈ ਹੈ ਜਾਂ ਸਿਰਫ ਖਾਣ ਪੀਣ ਤਰੀਕੇ ਨਾਲ ਨੰਗੇ ਪਾँव घास ਤੇ ਘੁੰਮਣ ਨਾਲ ਠੀਕ ਹੋ ਰਹੇ ਦੱਸੋ, ਹੈ? ਕਾਫੀ ਅਹਿਮ ਸਵਾਲ ਹੈਗਾ। बिल्कुल बताएं मैं आप। 6-7 गोली खाता था रोज डेली। मुझे एम्स ऋषिकेश में जो हॉस्पिटल है वहाँ पर डॉक्टर ने कहा था कि आपको ये गोली खानी बहुत ज़रूरी है, नहीं खाओगे तो मैं अटैक पड़ जाएगा, पैरालाइज हो जाएगा, मुझे ये कहते थे। ਛੋੜ ਦੀ ਹੁਆ ਕੋਈ बिल्कुल नहीं ਅਟੈਕ? खाता मैं अब यहाँ पे आके। ਕਾਫੀ ਚਮਤਕਾਰੀ ਗੱਲਾਂ ਹੈਗੀਆਂ ਨੇ। ਰਿਸ਼ੀ ਮੁਨੀਆਂ ਨੇ ਇਹੀ ਗੱਲ ਕਹੀ ਸੀਗੀ ਤੁਸੀਂ ਜੜੀ ਬੂਟੀਆਂ ਦੇ ਨਾਲ ਇਲਾਜ ਕਰ ਸਕਦੇ ਹੋ। ਜੜੀ ਬੂਟੀਆਂ ਇਹਨਾਂ ਚੀਜ਼ਾਂ ਤੋਂ ਹੀ ਬਣਦੀਆਂ। ਮਨੀਸ਼ ਜੀ, ਅਸੀਂ ਰਿਐਲਿਟੀ ਚੈੱਕ ਦੇ ਵਿੱਚ ਹੋਰ ਵੀ ਮੈਂ ਰਿਐਲਿਟੀ ਚੈੱਕ ਪੇਸ਼ੈਂਟਸ ਤੁਹਾਨੂੰ ਗੱਲ ਕਰਨਾ ਚਾਹੁੰਦੇ ਹਾਂ। ਪੇਸ਼ੈਂਟ ਹੋਰ ਮਿਲ ਲਓ ਤੁਸੀਂ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਕਿੰਨੇ ਇਹ ਪੇਸ਼ੈਂਟਸ ਹੈਗੇ ਨੇ ਜਿਹੜੇ ਇਲਾਜ ਕਰ ਰਹੇ ਨੇ। ਬਾਪੂ ਜੀ ਬੈਠੇ ਨੇ। ਬਾਪੂ ਜੀ ਠੀਕ ਹੈ, ਬਾਪੂ ਜੀ ਤੁਹਾਡੇ ਕੋਲ ਵਾਪਸ ਆਨੇ ਆ। ਤੁਸੀਂ ਨਾਰਥ ਈਸਟ ਤੋਂ ਆਏ ਹੋਏ ਆ? ਨਾਰਥ ਈਸਟ ਕਿਹੜੀ ਜਗ੍ਹਾ ਤੋਂ ਆਏ ਹੋ? मैं गुवाहाटी से आई हूँ। ਗੁਹਾਟੀ ਤੋਂ। ਬੜੀ ਹੈਰਾਨੀ ਵਾਲੀ ਗੱਲ ਹੈਗੀ ਆ, ਡੇਰਾ ਬੱਸੀ ਦੇ ਵਿੱਚ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਇਲਾਜ ਚੱਲ ਰਿਹਾ ਕਿ ਇਹ ਗੁਹਾਟੀ ਤੋਂ ਇੱਥੇ ਤੱਕ ਪਹੁੰਚੇ ਨੇ। ਕੀ ਨਾਮ ਹੈ ਜੀ ਤੁਹਾਡਾ? मेरा बलविंदर कौर। ਬਲਵਿੰਦਰ ਜੀ, ਤੁਸੀਂ ਗੁਹਾਟੀ ਦੇ ਵਿੱਚ ਕਰਦੇ ਕੀ ਹੋ ਵੈਸੇ? मैं हाउस वाइफ हूँ। हाउस और वाइफ छोटा, हो। जैसे आर्टिस्ट होते हैं ना, ਓਕੇ म्यूरल्स ਠੀਕ ਹੈ। बनाती हूँ मैं। ਕੀ ਪ੍ਰੋਬਲਮ ਸੀਗੀ ਤੁਹਾਨੂੰ? मैनू डायबिटीज और थायराइड सी बहुत। ਥਾਇਰਾਇਡ ਦੀ ਪ੍ਰੋਬਲਮ ਸੀਗੀ थायराइड सी मेरी बहुत। ਤੇ ਇਹਨਾਂ ਬਾਰੇ ਕਦੋਂ ਪਤਾ ਲੱਗਿਆ ਤੁਹਾਨੂੰ? बहुत देर का पता सी, बस आ नहीं पा रही थी और इनको लेके आना था मेरी मम्मी को। उससे पहले इलाज भी चल रहा था आपका? उससे पहले नहीं, मैंने इनको फॉलो किया हुआ था आचार्य जी को। जी। तो इनका डाइट में ले रही थी तो मैं इंसुलिन डिपेंडेंट थी। ਇਨਸੂਲਿਨ ਡਿਪੈਂਡੈਂਟ ਬਹੁਤ ਵੱਡੀ ਗੱਲ ਆ। ਆਪਣੇ ਪੰਜਾਬ ਦੇ ਹੀ ਨਹੀਂ ਪੂਰੇ ਇੰਡੀਆ ਭਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਡਾਇਬਟਿਕ ਹੈਗੇ ਨੇ ਜਿਨ੍ਹਾਂ ਨੂੰ ਇਨਸੂਲਿਨ ਲੱਗਦੀ ਆ, ਡੇਲੀ ਲੱਗਦੀ ਆ ਤੇ ਉਹ ਨਹੀਂ ਰਹਿ ਸਕਦੇ ਉਹ ਤੋਂ ਬਿਨਾ। 10 ईयर्स से ले रही थी। 10 साल तो। हाँ जी। फिर जब लॉकडाउन हुआ तो मैंने इनको फॉलो किया क्योंकि मैं डॉक्टर्स के पास जाने में बहुत कितना टाइम हुआ आपको मुझे हो गए 2 साल। यहाँ फॉलो करते हुए? नहीं, इनको इनका इनकी जो रेमेडीज आपने ली हाँ जी। उसको कितना टाइम हुआ? 2 साल ही हो गए। 2 ना? साल हो हाँ गए। जी। अब इंसुलिन लगती है आपको? अब नहीं लगती नहीं बिल्कुल भी। 2 कैसी साल है पहले ही health छोड़ आपकी दिया अब? मैं। बहुत अच्छी है। बस अगर हम अपनी गलती है हमारी होती है कि हम बाहर जाते हैं, कुछ खा लेते हैं, मैदे की खा लेते हैं तो थोड़ा तबीयत ऐसा हो जाता है। वैसे डाइट हम ये घर पे यही लेते हैं, फ्रूट्स का ही डाइट होता है। आप morning कितने को। परसेंट ठीक मानते हो अपने आप को? मैं अपने आप को 90% ठीक मानती हूँ। और उसके लिए किस चीज का 10% थैंक यू मानोगे कि हमारे वेदों में, ग्रंथों में सब लिखा हुआ था? हाँ जी, हाँ जी। हम कोई नई चीज तो नहीं नई चीज़ बताते? नहीं है, बिल्कुल। ਅਸੀਂ ਜੋ ਵੀ ਕੁਝ ਨਵੀਂ ਚੀਜ਼ ਨਾ ਦੇ, ਜੋ ਭਗਵਦ ਗੀਤਾ ਲਿਖਿਆ ਹੋਇਆ, ਜੋ ਰਾਮਾਇਣ ਲਿਖਿਆ ਹੈ, ਜੋ ਆਯੁਰਵੇਦ ਲਿਖਿਆ, ਅਸੀਂ ਸਿਰਫ ਉਹੀ ਗੱਲ, ਉਹੀ ਡਾਈਟ ਦਾ ਤਰੀਕਾ, ਖਾਣ ਪਾਣ ਦਾ ਹਾਂਜੀ। ਸਟਾਈਲ, ਸੌਣ ਦਾ ਟਾਈਮ, ਜਿਵੇਂ ਅਸੀਂ ਕਹਿੰਦੇ ਆ ਸੂਰਜ ਡੁੱਬਣ ਤੋਂ ਬਾਅਦ ਰੋਟੀ ਨਾ ਖਾਓ। जी ਅਸੀਂ ਕਹਿੰਦੇ ਆ ਜੋ ਖਾਣਾ ਚਬਾ ਚਬਾ ਕੇ ਖਾਓ। जी खाने के साथ पानी मत पियो। जी
आप जब भी टेंशन हो, मूड खराब हो, गुस्सा हो, लड़ाई हो, उस दिन रोटी मत खाओ। ਅੱਛਾ ਇੱਕ ਮੈਨੂੰ ਬੜੀ ਪ੍ਰੋਬਲਮ ਹੈ, ਮੈਂ ਰੋਟੀ ਖਾਣ ਲੱਗੇ ਟੀਵੀ ਜ਼ਰੂਰ ਦੇਖਦਾ ਜੀ। ਇਹ वो खाना हजम ही नहीं होएगा सर, क्योंकि आपका ध्यान उस टीवी की खबरों में है, आपका ध्यान उस एनर्जी में है, तो आपकी बॉडी की जो एनर्जी है, मुंह में रस है, वो कम बनेगा। आप चेक कर लेना, आप वैसे सिर्फ ध्यान से खाना खाओ तो मुंह में ज़्यादा सलाइवा आएगा, और आप टीवी देखते टाइम खाना खाओ तो आपका मुंह भी कम रस बनाएगा। ऐसे ही आप एक काम करो, आप टॉयलेट के लिए जाते हो, आप मैगजीन लेके चले जाओ, आपका पेट पूरा साफ नहीं होगा, क्योंकि ध्यान का है पढ़ने में। बॉडी की एनर्जी एक तरफ लगाओ। जैसे आप बचपन में, याद है वो एक लेंस होता था, हम कागज जलाते थे ऐसे ऐसे करके, तो वो कागज कब जलता था? बिल्कुल, जब पूरा वो कंसंट्रेट फोकस हो जाता था। ऐसी ही बॉडी है सर, जिस जगह पे फोकस करोगे वहीं पे आग लगेगी। तो आपका खाना अगर हजम करना है तो सिर्फ खाने में ध्यान होगा। ਅੱਛਾ ਇੱਕ ਹੋਰ ਅਹਿਮ ਗੱਲ ਇਹ ਹੈਗੀ ਹੈ, ਇਹ ਕਿਸੇ ਤਰ੍ਹਾਂ ਦਾ ਪ੍ਰਚਾਰ ਨਹੀਂ ਹੈਗਾ, ਇਹ ਸਿਰਫ ਰਿਐਲਿਟੀ ਚੈੱਕ ਇਸੇ ਕਰਕੇ ਆ ਲੋਕਾਂ ਨੂੰ ਆਪਣੀ ਸਿਹਤ ਦਾ ਪਤਾ ਲੱਗੇ ਅਸਲ ਮਾਇਨਿਆਂ ਦੇ ਵਿੱਚ ਕੀ ਕੀਮਤ ਹੈਗੀ ਆ ਸਿਹਤ ਦੀ। ਲੋਕ ਪੈਸੇ ਕਮਾਉਣ ਦੀ ਦੌੜ ਦੇ ਵਿੱਚ ਤਾਂ ਭੱਜ ਤੁਰ ਪੈਂਦੇ ਨੇ, ਪਰੰਤੂ ਪੈਸੇ ਦੇ ਨਾਲ ਸਿਹਤ ਗਵਾ ਪੈਂਦੇ ਨੇ। ਇਹ ਸਹੀ ਗੱਲ ਹੈ ਜੀ, ਪੈਸਾ ਕਮਾ ਲੈਂਦੇ ਨੇ, ਸਿਹਤ पहले पैसा कमाने वास्ते हेल्थ खराब करते हैं, फिर उसी पैसे नाल हेल्थ ठीक करने की कोशिश करते हैं। लेकिन हेल्थ कोई स्कूटर दी गड्डी चाबी है नहीं कि स्टपनी चेंज कर ली। लोग किडनी चेंज कराते हैं, कोई स्टपनी थोड़ी जी चेंज हो जाती है। लोग किडनी नू, लीवर नू इस तरह चेंज करके ट्रांसप्लांट नू बड़ा समझते हैं। लोग कहते हैं गोडा चेंज कराया जी, फिर थोड़ी बाद दूजा गोडा खराब हो जाता है, फिर कहते मैं कैंसर का ऑपरेशन कराया जी, फिर कितने होर कैंसर आ जाता है। इक्को बंदा दुनिया 'ਚ ਤੁਹਾਡਾ इलाज कर सकता है ਜਿਹੜਾ ਸ਼ੀਸ਼ਾ ਵੇਖਣ 'ਚ ਨਜ਼ਰ ਆਉਂਦਾ ਹੈ। ਉਹ ਆਪਾਂ ਆਪ ਹੁੰਨੇ ਆਪ, ਯਾਨੀ ਕਿ ਆਪਣੇ ਆਪ ਨੂੰ ਹੀ ਠੀਕ ਕਰ ਸਕਦੇ ਆ। ਮਤਲਬ ਬੀਵੀ ਨੂੰ ਮੀਆਂ ਵੀ ਠੀਕ ਨਹੀਂ ਕਰ ਸਕਦਾ, ਤੇ ਮੀਆਂ ਨੂੰ ਬੀਵੀ ਨਹੀਂ ਕਰ ਸਕਦੀ। ਜਦੋਂ ਬੰਦੇ ਦੇ ਆਪਣੇ ਅੰਦਰ ਆਏਗਾ ਨਾ ਕਿ ਮੈਂ ਪਰਹੇਜ਼ ਕਰਨਾ ਹੈ, ਮੈਂ ਕਹਿਣਾ ਮੰਨਣਾ ਹੈ, ਮੈਂ એનર્ਜੀਜ਼ ਪੋਜ਼ਿਟਿਵ ਕਰਨੀ ਹੈ, ਮੈਂ ਖੁਸ਼ ਰਹਿਣਾ ਹੈ। ਹੁਣ ਜਿਵੇਂ ਤੁਸੀਂ ਖੁਸ਼ ਰਹਿਣਾ ਹੈ, ਉਹਦੇ 'ਚ ਮੇਰਾ ਕੀ ਕੰਟਰੋਲ ਹੈ? ਤੁਸੀਂ ਕਹੋਗੇ ਮੈਂ ਨਾਰਾਜ਼ ਹੋਇਆ, ਤੂੰ ਕੋਈ ਗਲਤ ਗੱਲ ਕਹੀ ਸੀ, ਤੁਸੀਂ ਹੋਏ ਨਾ ਨਾਰਾਜ਼ ਹੋਏ ਕਿਉਂ ਬਈ? ਤੁਹਾਡਾ ਕੰਟਰੋਲ ਆਪਣੇ ਮਾਈਂਡ ਤੇ ਆਪ ਹੋਣਾ ਚਾਹੀਦਾ ਹੈ। ਇਹਦਾ ਮਤਲਬ ਤੁਸੀਂ ਫੁੱਟਬਾਲ ਕੋਈ ਵੀ ਮਾਰ ਜੇ, ਲੱਤ ਮਾਰ ਜਾਵੇ ਆ ਕੇ, ਮਤਲਬ ਅਸੀਂ ਆਪਣੀ ਚਾਬੀ ਲੋਕਾਂ ਨੂੰ ਦਿੱਤੀ ਹੋਈ ਹੈ ਕਿ ਉਹ ਮੈਨੂੰ ਕਹੂਗਾ ਕਿ ਮੈਂ ਸਮਾਰਟ ਲੱਗ ਰਿਹਾ ਤਾਂ ਮੈਂ ਖੁਸ਼ ਹੋਊਂਗਾ। ਕਿਉਂ ਬਈ? ਮੈਂ ਸ਼ੀਸ਼ੇ 'ਚ ਵੇਖ ਲਾ, ਆਪਣੇ ਆਪ ਨੂੰ ਸਮਾਰਟ ਆਪ ਕਹਿ ਲਵਾਂ। ਸਾਰਾ ਖੇਲ ਬ੍ਰੇਨ ਦਾ ਹੈ। ਜਦੋਂ ਆਪਣੀ ਇੱਛਾ ਸ਼ਕਤੀ ਮਜ਼ਬੂਤ ਹੈ, ਅਸੀਂ ਸਵਸਥ ਹੈਗੇ ਹਾਂ, ਅਸੀਂ ਠੀਕ ਰਵਾਂਗੇ। ਜਿੰਨਾ ਖਾਂਦੇ ਹੋ ਉਸ ਤੋਂ ਜ਼ਿਆਦਾ ਖਰਚ ਕਰੋ, ਜਾਂ ਫਿਰ ਖਾਣਾ ਠੀਕ ਕਰ ਲਓ, ਦੋਨੋਂ ਗੱਲਾਂ ਨੇ। ਤੇ ਛੋਟੀ ਛੋਟੀ ਚੀਜ਼ਾਂ ਅਪਣਾ ਕੇ, ਆ ਮੈਂ ਤੁਹਾਨੂੰ ਡਾਈਟ ਵੀ ਵਿਖਾਈ ਸੀ। ਕਈ ਤਰ੍ਹਾਂ ਦੀਆਂ ਤੁਸੀਂ ਬਿਮਾਰੀਆਂ ਦਾ ਜ਼ਿਕਰ ਇੱਥੇ ਸਾਰੇ ਪੇਸ਼ੈਂਟਸ ਨਾਲ ਅਸੀਂ ਗੱਲਬਾਤ ਪਹਿਲਾਂ ਵੀ ਕੀਤੀ ਸੀਗੀ, ਬੜੀ ਹੈਰਾਨੀ ਵਾਲੀ ਗੱਲ ਆ। ਕੈਂਸਰ, ਹਾਂ ਮੈਂ ਕੈਂਸਰ ਦੀ ਗੱਲ ਤੇ ਆ ਰਿਹਾ ਸੀ। ਬਾਪੂ ਜੀ ਕੈਂਸਰ ਸੀ ਤੁਹਾਨੂੰ? ਮੈਂ ਜੀ ਪਹਿਲਾਂ ਕਿਹਾ ਪੇਟ ਸੌੜੀ ਆ ਮੇਰੀ ਜੀ, ਢਾਈ ਮੇਰਾ ਉਹਨੇ ਉਹ ਪੀਸ ਕੱਢ ਕੇ ਬੰਬੇ ਨੂੰ ਭੇਜ ਦਿੱਤਾ ਜੀ, ਉਹ ਕਹਿੰਦੇ ਕੈਂਸਰ ਆ ਜੀ। ਜੀ, ਫਿਰ ਮਗਰੋਂ ਕਹਿੰਦੇ ਜੀ ਇੰਜਰੀ ਸਾਡੀ ਵੱਢ ਕੇ ਜੀ, ਫਿਰ ਆਮ ਆਊਗਾ ਜੀ, ਫਿਰ ਮੈਨੂੰ ਕਹਿੰਦੇ 4 ਲੱਖ ਰੁਪਏ ਲੱਗੂਗਾ ਜੀ, ਮੈਂ ਉੱਥੋਂ ਹਟ ਗਿਆ। ਜੀ, ਫਿਰ ਮੈਨੂੰ ਦੱਸਿਆ ਦੇਸੀ ਦਵਾ ਖਾ, ਜੀ, ਫਿਰ ਮੈਂ ਸਤੌਰ ਤੋਂ ਖਾਧੀ, ਸਤੌਰ ਤੋਂ। ਜੀ, ਜੀ, ਉਹ ਤੋਂ ਬਾਅਦ ਉੱਚੀ ਭੱਲੀ ਤੋਂ ਖਾਧੀ, ਜੀ, ਉਹਦੇ ਪਾਸੋਂ ਮੈਂ ਜੇ ਦੂਏ ਕੋ ਫਿਰ ਫਰੀਦਕੋਟ ਕੋਲ ਬਾਅਦ ਇੱਥੇ ਕਦੋਂ ਆਏ ਜੀ? ਇੱਥੇ ਮੈਨੂੰ 9ਵਾਂ ਦਿਨ ਹੈ ਜੀ। 9ਵਾਂ ਦਿਨ ਹੈ। ਕਿਵੇਂ ਆ ਹੁਣ ਸਿਹਤ ਤੁਹਾਡੀ? ਹੁਣ ਮੇਰੀ, ਮੈਂ ਤੁਹਾਨੂੰ ਦੱਸ ਕੇ ਹਟਿਆ, ਮੇਰੇ ਪੇਜੀ ਚੋਂ 70 ਪੈਸੇ ਠੀਕ ਆ, 70% ਠੀਕ ਹੋ ਗਿਆ, ਬਹੁਤ ਵੱਡੀ ਗੱਲ ਆ। ਉਮਰ ਕਿੰਨੀ ਆ ਤੁਹਾਡੀ? 73 ਸਾਲ ਦੀ ਹੈ। 73 ਸਾਲ ਦੀ ਉਮਰ ਹੈ। 73 ਸਾਲ ਦੀ ਉਮਰ, ਇੱਕ ਉਮਰ ਦੇ ਪੜਾਅ 'ਚ ਆ ਕੇ ਜਿਹੜੀ ਬਾਡੀ ਦਾ ਕੰਟਰੋਲ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ, ਕਿਉਂਕਿ ਇਮਿਊਨ ਸਿਸਟਮ ਕਾਫੀ ਵੀਕ ਹੋ ਜਾਂਦਾ। ਮਨੀਸ਼ ਜੀ ਇੱਕ ਥੋੜਾ ਜਿਹਾ ਮਿਲਟਸ ਬਾਰੇ ਜ਼ਰੂਰ ਦੱਸੋ, ਕਿਉਂਕਿ ਮਿਲਟਸ ਜਿਹੜੀ ਦੇਸ਼ ਦੀ ਸਰਕਾਰ ਹੈ, ਮੋਦੀ ਸਾਹਿਬ, ਆਯੂਸ਼ ਵਿਭਾਗ, ਉਹਨਾਂ ਵੱਲੋਂ ਵੀ ਜਿਹੜਾ 2023 ਸਾਲ ਹੈਗਾ ਉਹਨੂੰ ਮਿਲਟਸ ਈਅਰ ਦੇ ਵਜੋਂ ਘੋਸ਼ਿਤ ਕੀਤਾ ਜਾ ਰਿਹਾ। ਕੀ ਖਾਸੀਅਤ ਆ ਮਿਲਟਸ ਦੀ? ਦੇਖੋ 2018 ਵਿੱਚ ਪਹਿਲੀ ਵਾਰੀ ਮਿਲਟ ਈਅਰ ਬਣਾਇਆ ਸੀ ਭਾਰਤ ਸਰਕਾਰ ਨੇ। ਹੁਣ 2023 ਵਿੱਚ ਇੰਟਰਨੈਸ਼ਨਲ ਮਿਲਟ ਈਅਰ ਹੈ, ਮਤਲਬ ਪੂਰਾ ਵਰਲਡ ਮਨਾ ਰਿਹਾ ਮਿਲਟ ਈਅਰ ਨੂੰ। ਇਹ ਜਿਹੜੇ ਮਿਲਟ ਨੇ ਨਾ, ਇਹ ਸਾਡੇ ਦੇਸ਼ ਦੀ ਧਰੋਹਰ ਹੈ। ਇਹ ਕੋਦੋ ਹੈ, ਕੋਦਰਾ ਕਹਿੰਦੇ ਜਿਹਨੂੰ। ਗੁਰੂ ਨਾਨਕ ਦੇਵ ਜੀ ਦੀ ਸਾਖੀ ਪੜੋਗੇ ਨਾ, ਉਹਦੇ 'ਚ ਉਹਨਾਂ ਨੇ ਰੋਟੀ ਖਾਧੀ ਸੀ ਆ ਕੋਦਰੇ ਦੀ। ਇਹ ਜਿੰਨੇ ਵੀ ਮਿਲਟਸ ਹੈ ਨਾ, ਇਹ ਸਾਰਿਆਂ ਵਿੱਚ 8% ਤੋਂ ਲੈ ਕੇ 12% ਫਾਈਬਰ ਹੁੰਦਾ ਹੈ। 8 ਤੋਂ 12% ਫਾਈਬਰ ਹੁੰਦਾ ਹੈ। ਜਿਹੜਾ ਇਹ ਚਾਵਲ ਹੈ, ਜਿਹਨੂੰ ਆਪਾਂ ਚਿੱਟਾ ਮੰਨ ਕੇ ਭਗਵਾਨ ਮੰਨ ਬੈਠੇ ਆ, ਇਹਦੇ 'ਚ 0.2% ਹੈ ਸਿਰਫ, 0.2। ਤੇ ਇਹਨਾਂ ਵਿੱਚ ਕਿੰਨਾ ਹੈ? 8 ਤੋਂ 12। ਦੂਜਾ ਜਿਹਨੂੰ ਆਪਾਂ ਰੋਟੀ ਕਹਿੰਦੇ ਆ, ਇਹਦੇ ਵਿੱਚ ਸਿਰਫ 1% ਫਾਈਬਰ ਹੈ। ਤੁਸੀਂ ਸੋਚੋ, ਇਹ ਚਾਵਲ ਖਾ ਕੇ, ਰੋਟੀਆਂ ਖਾ ਕੇ ਪੇਟ ਹੀ ਸਾਫ਼ ਨਹੀਂ ਹੁੰਦੇ ਲੋਕਾਂ ਦੇ, ਕੋਈ ਫਾਈਬਰ ਹੀ ਹੈ ਨਹੀਂ। ਅੱਛਾ ਇੱਕ ਹੋਰ ਅਹਿਮ ਜਾਣਕਾਰੀ, ਆਚਾਰਿਆ ਜੀ ਵਾਪਸ ਆਣਾ ਤੁਹਾਡੇ ਕੋਲ। ਇੱਕ ਹੋਰ ਅਹਿਮ ਜਾਣਕਾਰੀ ਹੈ, ਕੋਦਰੇ ਦੀ ਗੱਲ ਕੀਤੀ ਹੈ ਇਹਨਾਂ ਨੇ। ਅਸੀਂ ਆਪਣੇ ਖੇਤਾਂ ਦੇ ਵਿੱਚ ਕਣਕ ਬੀਜਦੇ ਹਾਂ, ਕਣਕ ਦੇ ਵਿੱਚ ਗੁੱਲੀ ਡੰਡਾ ਜਿਹਨੂੰ ਅਸੀਂ ਕਹਿੰਦੇ ਆ ਨਾ, ਗੁੱਲੀ ਡੰਡਾ ਅਸੀਂ
ਸਾਡੇ ਜੱਟਾਂ ਨੇ ਜ਼ਿਮੀਂਦਾਰਾਂ ਨੇ ਉਹ ਵੱਢ ਕੇ ਸਾਈਡ ਤੇ ਸੁੱਟਤਾ ਸੀ। ਗੁੱਲੀ ਡੰਡਾ ਕੀ ਸੀ ਆਖਰਕਾਰ? ਉਹ ਮੂਲ ਅਨਾਜ ਸੀਗਾ। ਇਹ ਮੂਲ ਅਨਾਜ ਹੈ ਇਹੀ ਜਿਹਦੇ ਵਿੱਚ ਗਲੂਟੋਨ ਨਹੀਂ ਹੁੰਦਾ। ਗਲੂਟੋਨ ਉਹ ਪਦਾਰਥ ਹੈ ਜਿਹੜਾ ਲੀਵਰ ਦੇ ਨਾਲ ਜਾ ਕੇ ਚਿਪਕ ਜਾਂਦਾ, ਕਾਫੀ ਦੇਰ ਬਾਅਦ ਹਜਮ ਹੁੰਦਾ, ਨਾ ਉਹਦੇ ਵਿੱਚ ਕੋਈ ਫਾਈਬਰ ਹੁੰਦਾ। ਇਸੇ ਕਰਕੇ ਇਹਦੇ ਵਿੱਚ ਫਾਈਬਰ ਯੁਕਤ ਜਿਹੜਾ ਫੂਡ ਹੈਗਾ, ਇਸੇ ਕਰਕੇ ਬਿਮਾਰੀਆਂ ਤੋਂ ਨਿਜਾਤ ਦਿਵਾਉਂਦਾ। ਕੈਂਸਰ ਵੀ ਠੀਕ ਕਰ ਦਿੰਦਾ ਜੀ, ਦਾਵਾ ਤੁਹਾਡਾ ਇਹ? ਸਰ ਕੈਂਸਰ ਹੋਏਗਾ ਹੀ ਨਹੀਂ ਨਾ ਜਦੋਂ ਬਾਡੀ ਦੇ ਅੰਦਰ ਸਹੀ ਡਾਈਟ ਜਾਏਗੀ। ਬਾਡੀ ਦੇ ਅੰਦਰ એનર્ਜੀ ਹੈ ਨਹੀਂ ਫਾਈਟ ਕਰਨ ਦੀ। ਜਦੋਂ ਗੱਲ ਦੱਸੋ, ਤੁਸੀਂ ਲੜਾਈ ਕਰਨੀ, ਤੁਹਾਡੇ એનર્ਜੀ ਹੋਣੀ ਚਾਹੀਦੀ ਹੈ। ਹੁਣ ਤੁਸੀਂ 0 ਫਾਈਬਰ 0.2 ਫਾਈਬਰ ਵਾਲੀ ਚੀਜ਼ਾਂ ਖਾਓਗੇ ਜਿੰਦਾ ਗਲਾਈਸੈਮਿਕ ਇੰਡੈਕਸ ਇੰਨਾ ਹਾਈ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਵਿਧਾਨ ਸਭਾ ਦੇ ਸਪੀਕਰ ਆਪਣੇ ਕੁਲਤਾਰ ਸਿੰਘ ਸੰਧਵਾ ਸਾਹਿਬ, ਮੈਂ ਉਹਨਾਂ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਸੁਣਿਆ ਸੀ ਵੀ ਐਂਟੀ ਕੈਂਸਰ ਐਲੀਮੈਂਟਸ ਹੈਗੇ ਨੇ ਇਹਦੇ ਵਿੱਚ, ਬਿਲਕੁਲ ਮੈਂ ਦੱਸਦਾ ਠੀਕ ਕਿਵੇਂ ਕਰਦੇ ਹੈਗੇ ਆ। ਜਦੋਂ ਆਪਾਂ ਕੋਈ ਵੀ ਗਲੂਕੋਜ਼ ਖਾਂਦੇ ਆ ਤੇ ਸਾਡੀ ਬਾਡੀ ਵਿੱਚ ਬਲੱਡ ਵਿੱਚ ਗਲੂਕੋਜ਼ ਰਿਲੀਜ਼ ਹੁੰਦਾ ਹੈ। ਜਦੋਂ ਆਪਾਂ ਰੋਟੀ ਚਾਵਲ ਖਾਂਦੇ ਆ, ਇਹ ਵਾਲਾ ਭੋਜਨ ਖਾਂਦੇ ਆ ਜਿਹਨੂੰ ਆਪਾਂ ਪਲੇਟ 2 ਕਹਿ ਰਹੇ ਆ, ਜਦੋਂ ਆਪਾਂ ਇਹ ਵਾਲਾ ਭੋਜਨ ਖਾਂਦੇ ਆ ਅੱਧੇ ਘੰਟੇ ਤੋਂ 1.5 ਘੰਟੇ ਦੇ ਅੰਦਰ ਸਾਰਾ ਗਲੂਕੋਜ਼ ਬਲੱਡ ਵਿੱਚ ਚਲਾ ਜਾਂਦਾ ਹੈ। ਯਾਨੀ ਕਿ ਆਪਣਾ ਬਲੱਡ ਹਾਈ ਗਲੂਕੋਜ਼ ਹੋ ਗਿਆ ਤੇ ਉਦੋਂ ਫਿਰ ਇਨਸੂਲਿਨ ਲਾਣਾ ਪੈਂਦਾ ਬੋਡੀ ਨੂੰ। ਤੇ ਅੱਜ ਕੱਲ੍ਹ ਸ਼ੂਗਰ ਦੀ ਬਿਮਾਰੀ ਵੱਧ ਰਹੀ ਹੈ, ਕੈਂਸਰ ਵੱਧ ਰਿਹਾ ਹੈ। ਲੇਕਿਨ ਜਿਹੜਾ ਇਹ ਵਾਲਾ ਅਨਾਜ ਖਾਓਗੇ ਆਪਾਂ, ਇਹ ਪੂਰੇ ਦਿਨ 8 ਘੰਟੇ ਦੇ ਧੀਰੇ ਧੀਰੇ ਗਲੂਕੋਜ਼ ਰਿਲੀਜ਼ ਕਰੇਗਾ ਪੂਰੇ ਦਿਨ ਵਿੱਚ। ਇਹਦੀ ਸੰਰਚਨਾ ਰੱਬ ਨੇ ਬਣਾਈ ਹੈ ਇਸ ਤਰੀਕੇ ਦੀ। ਤੇ ਇਹਦੇ ਨਾਲ ਨਾ ਤਾਂ ਕੈਂਸਰ ਹੋਏਗਾ, ਨਾ ਇਹਦੇ ਨਾਲ ਸ਼ੂਗਰ ਹੋਗੀ, ਨਾ ਬੀਪੀ ਹਾਈ ਹੋਊਗਾ। ਤੇ ਅਗਰ ਕੈਂਸਰ ਹੈ ਵੀ ਤੇ ਤੁਹਾਡਾ ਰਿਵਰਸ ਹੋਣਾ ਸ਼ੁਰੂ ਹੋ ਜਾਏ। ਬਾਡੀ ਖੁਦ ਉਹਨੂੰ ਹਰਾਣਾ ਸ਼ੁਰੂ ਕਰ ਦੇਗੀ, ਬਾਡੀ ਵਿੱਚ ਤਾਕਤ ਆ ਜਾਏਗੀ। ਇੱਧਰ ਆਓ ਜੀ ਮਨੀਸ਼ ਜੀ, ਆਖਰੀ ਸਵਾਲ ਲਵਾਂਗਾ ਤੁਹਾਡੇ ਕੋਲ। ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਬੁਖਾਰ ਹੈ ਜਿਹੜਾ ਉਹ ਲਾਭਦਾਇਕ ਹੁੰਦਾ ਮਨੁੱਖੀ ਸਰੀਰ ਵਾਸਤੇ, ਉਹ ਦਾਵਾ ਤੁਸੀਂ ਕਿਸ ਤਰੀਕੇ ਨਾਲ, ਕਿਹੜੇ ਤਰਕ ਨਾਲ ਕੀਤਾ? ਦੇਖੋ, ਬੁਖਾਰ ਆਯੁਰਵੇਦ ਕਹਿੰਦਾ ਹੈ ਫੋੜਾ, ਫੁੰਸੀ, ਉਲਟੀ, ਦਸਤ, ਜ਼ੁਕਾਮ ਔਰ ਬੁਖਾਰ ਇਹ ਮਿੱਤਰ ਹੈ। ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਇਹ ਸਾਨੂੰ ਬਣਾਇਆ ਕਿੰਨੇ ਹੈ? ਜੀ ਰੱਬ ਨੇ। ਜੀ। ਜੋ ਗੀਤਾ ਵਿੱਚ ਗ੍ਰੰਥਾਂ ਲਿਖਿਆ ਉਹ ਸੱਚ ਲਿਖਿਆ ਕਿ ਝੂਠ ਲਿਖਿਆ? ਤੁਸੀਂ ਦੱਸੋ। ਬਿਲਕੁਲ ਸੱਚੇ ਮੰਨਦੇ ਨੇ ਤੇ ਗ੍ਰੰਥਾਂ ਵਿੱਚ ਲਿਖਿਆ ਹੈ, ਰਿਗਵੇਦ ਲਿਖਿਆ ਕਿ ਰੱਬ ਨੇ ਇਨਸਾਨ ਨੂੰ ਆਪਣੀ ਛਵੀ ਦੇ ਰੂਪ ਵਿੱਚ ਬਣਾਇਆ। ਜੀ। ਤੇ ਅਗਰ ਆਪਣੀ ਛਵੀ ਬਣਾਇਆ ਤਾਂ ਮਤਲਬ ਅਸੀਂ ਰੱਬ ਦੇ ਸੰਤਾਨ ਹੋ ਗਏ। ਜੀ। ਤੇ ਰੱਬ ਦੀ ਸੰਤਾਨ ਅਗਰ ਆਪਾਂ ਹੈਗੇ ਆ ਤੇ ਆਪਾਂ ਸਟਰੋਂਗ ਵੀ ਹੋਵਾਂਗੇ। ਫਿਰ ਅੱਜ ਦਾ ਮਨੁੱਖ ਲਾਚਾਰ, ਬਿਮਾਰ, ਪਰੇਸ਼ਾਨ ਕਿਉਂ? ਅਗਰ ਰੱਬ ਦੀ ਸੰਤਾਨ ਹੈ ਤਾਂ ਵਜ੍ਹਾ ਕਿ ਸਾਡੀ ਨੌਲੇਜ ਵਿੱਚ ਕਮੀ ਆ ਗਈ। ਬੁਖਾਰ ਬਾਡੀ ਆਪ ਚੜਾਉਂਦੀ ਹੈ। ਬੁਖਾਰ ਸਾਡੀ ਬਾਡੀ ਆਪਣੇ ਆਪ ਚੜਾਉਂਦੀ ਹੈ, ਟੈਂਪਰੇਚਰ ਵਧਾ ਕੇ ਆਪਣੇ ਅੰਦਰ ਜਿਹੜਾ ਗੰਦਾ ਪਿੱਤ ਟਰੈਵਲ ਕਰ ਰਿਹਾ ਹੈ, ਗੰਦਾ ਟੌਕਸਿਨ ਟਰੈਵਲ ਕਰ ਉਹਨੂੰ ਫੂਕ ਦਿੰਦੀ ਹੈ, ਯਾਨੀ ਕਿ ਤੁਹਾਡੀ ਹੀਲਿੰਗ ਕਰ ਦਿੰਦੀ ਹੈ। ਲੇਕਿਨ ਤੁਸੀਂ ਉਹ ਬੁਖਾਰ ਉਤਾਰਤਾ ਤੇ ਬਾਡੀ ਉਹ ਕਰ ਨਹੀਂ ਪਾਈ, ਉਹ ਬਾਅਦ ਵੱਡੀ ਬਿਮਾਰੀ ਬਣ ਕੇ ਆਉਂਦਾ ਹੈ। ਬੁਖਾਰ, ਜ਼ੁਕਾਮ, ਖਾਂਸੀ, ਉਲਟੀ, ਦਸਤ ਤੇ ਫੋੜਾ, ਫੁੰਸੀ ਇਹ ਸਾਡੇ ਮਿੱਤਰ ਨੇ ਆਯੁਰਵੇਦ ਦੇ ਹਿਸਾਬ ਨਾਲ। ਸੋ ਸੁਣਿਆ ਤੁਸੀਂ, ਅਹਿਮ ਜਾਣਕਾਰੀ ਹੈ ਅਸੀਂ ਤੁਹਾਨੂੰ ਇਸ ਰਿਐਲਿਟੀ ਚੈੱਕ ਦੇ ਵਿੱਚ, ਸਾਡਾ ਹੈਲਥ ਸੈਗਮੈਂਟ ਹੈ, ਇਹਦੇ ਵਿੱਚ ਹਮੇਸ਼ਾ ਦਿੰਦੇ ਰਹਾਂਗੇ। ਉਹ ਤੱਕ ਲਈ ਮੈਨੂੰ ਯਾਨੀ ਇੱਕ ਵਾਰ ਮਨੀਸ਼ ਜੀ ਹਸਪੀਟਲ ਦਾ ਇੱਕ ਪੂਰਾ ਰਾਉਂਡ ਘੁਮਾ ਦੇਣਾ ਕੈਮਰੇ 'ਚ। ਇੱਕ ਹੋਰ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ। ਇਹ ਜਿਹੜਾ ਹਸਪੀਟਲ ਹੈਗਾ ਇਹ ਤੁਸੀਂ ਆਪੇ ਦੱਸੋ ਮਨੀਸ਼ ਜੀ। ਇਹ ਸਾਡਾ ਹਸਪੀਟਲ ਡੇਰਾ ਬੱਸੀ 'ਚ ਹੈ, ਜਿਹੜਾ ਤੁਸੀਂ ਇੱਥੇ ਖੜੇ ਹੈਗੇ ਆਪਾਂ। ਇਹ ਵਾਲੀ ਫੋਟੋ ਲਖਨਊ ਦੀ ਹੈਗੀ ਹੈ, ਇਹ ਵੀ 100 ਬੈੱਡ ਦਾ ਹੈਗਾ। ਇੱਕ ਅਸੀਂ ਪਰਸੋਂ ਨਵਾਂ ਹਸਪੀਟਲ ਸ਼ੁਰੂ ਕਰ ਰਹੇ ਹਾਂ ਦਿੱਲੀ NCR ਦੇ ਵਿੱਚ, ਏਸ਼ੀਆ ਦਾ ਸਭ ਤੋਂ ਵੱਡਾ 1000 ਬੈੱਡ ਦਾ ਆਯੁਰਵੇਦ ਨੈਚੁਰੋਪੈਥੀ ਦਾ ਇੰਟੀਗ੍ਰੇਟਿਡ ਹਸਪੀਟਲ। ਇਹ ਪਰਸੋਂ ਸ਼ੁਰੂ ਹੋ ਰਿਹਾ, 1000 ਬੈੱਡ ਦਾ, ਮੇਰਠ ਦੇ ਬਾਰਡਰ ਤੇ ਹੈ ਦਿੱਲੀ NCR ਵਿੱਚ। ਇਹ ਐਡੀ ਵੱਡੀ ਉਹ ਬਿਲਡਿੰਗ ਦੀ ਫੋਟੋ ਹੈਗੀ ਹੈ। ਇਹ ਸਭ ਅਸੀਂ ਕਰ ਰਹੇ ਹਾਂ ਕਿ ਦੁਨੀਆ ਨੂੰ ਅਸੀਂ ਬਿਨਾਂ ਆਪਰੇਸ਼ਨ, ਬਿਨਾਂ ਕੀਮੋ, ਬਿਨਾਂ ਰੇਡੀਓਥੈਰੇਪੀ, ਬਿਨਾਂ ਅੰਦਰਾਂ ਕੋਈ ਅੰਗ ਕੱਢੇ ਆਪਾਂ ਉਹਨਾਂ ਨੂੰ ਆਪਣੇ ਆਪ ਨੂੰ ਹੀਲ ਕਰਨਾ ਸਿਖਾਉਣ ਵਾਸਤੇ ਕਰ ਰਹੇ ਹਾਂ ਸਾਰਾ ਕੁਝ। ਅੱਛਾ, ਇੱਕ ਅਖੀਰ ਦੇ ਵਿੱਚ ਲੀਵਰ ਵਾਸਤੇ ਲੋਕਾਂ ਨੂੰ ਸੁਝਾਅ ਦੇ ਦਿਓ। ਲੋਕ ਆਪਣੇ ਨਾ ਫਾਸਟ ਫੂਡ ਖਾ ਕੇ ਲੀਵਰ ਖਰਾਬ ਕਰਦੇ ਜਾ ਰਹੇ ਨੇ, ਥੋੜਾ ਜਿਹਾ। ਇਹ ਜੋ ਵੀ ਤੁਸੀਂ ਇੱਥੇ ਪੱਤੇ ਦੇਖ ਰਹੇ ਹੋ ਨਾ, ਇਹ ਪਾਲਕ, ਧਨੀਆ, ਪੁਦੀਨਾ, ਕੜੀ ਪੱਤਾ, ਇਹ ਪਾਨ ਦਾ ਪੱਤਾ, ਆਂਵਲਾ ਤੇ ਪਾਲਕ, ਇਹ ਮੇਥੀ, ਇਹ ਸਭ ਇਕੱਠਾ ਕਰ ਲਓ। ਜਿੰਨਾ ਤੁਹਾਡਾ ਵਜਨ ਹੈ ਉਹਨੂੰ ਉਨੇ ਗ੍ਰਾਮ ਇਹ ਪੱਤੇ ਖਾਣੇ ਆ ਰੋਜ਼ ਦਾ, ਜਾਂ ਫਿਰ 100 ਤੋਂ 150 ਗ੍ਰਾਮ ਇਹ ਸਾਰੇ ਪੱਤਿਆਂ ਦਾ ਜੂਸ ਕੱਢ ਕੇ ਪੀਣਾ ਹੈ ਸ਼ਾਮ ਨੂੰ 4 ਤੋਂ 6 ਵਜੇ ਦੇ ਵਿਚਕਾਰ। ਅਗਰ ਤੁਸੀਂ ਕੁਛ ਦਿਨ ਇਹ ਜੂਸ ਪੀ ਲਿਆ, ਜਾਂ ਇਹ ਪੱਤੇ ਜਿਵੇਂ 70 ਕਿਲੋ ਦੇ ਹੋ ਤਾਂ 70 ਗ੍ਰਾਮ ਖਾ ਲਓ, 80 ਕਿਲੋ ਤੋਂ 80 ਗ੍ਰਾਮ ਖਾ ਲਓ, ਤੁਹਾਡਾ ਲੀਵਰ ਫੈਟੀ ਹੋਏਗਾ ਤਾਂ ਠੀਕ ਹੋ ਜਾਏਗਾ। ਕੁਝ ਲੋਕ ਗਲਤੀ ਕਰਦੇ ਨੇ, ਜਿਵੇਂ ਤੁਸੀਂ ਆ ਜੂਸ ਕੱਢ ਕੇ ਉਹ ਫ੍ਰਿਜ 'ਚ ਰੱਖ ਦਿੰਦੇ ਨੇ ਸਵੇਰੇ। ਨਹੀਂ, ਤਾਜ਼ਾ ਕੱਢਣਾ, ਤਾਜ਼ਾ ਪੀਣਾ ਹੈ। ਤੇ ਜਿਹੜੀਆਂ ਸਬਜ਼ੀਆਂ ਅਸੀਂ ਅਮੂਮਨ ਤੌਰ ਤੇ ਅਸੀਂ ਸ਼ਾਮ ਨੂੰ ਫ੍ਰਿਜ 'ਚ ਬਣੀਆਂ ਹੋਈਆਂ ਰੱਖ ਦਿੰਦੇ ਆ, ਸਵੇਰੇ ਉਹ ਗਰਮ ਕਰਕੇ ਖਾ ਲੈਂਦੇ ਆ, ਉਹ ਠੀਕ ਹੈ? ਖਾਣਾ ਬਣਾ ਕੇ ਫ੍ਰਿਜ 'ਚ ਰੱਖੋਗੇ, ਅਗਰ ਉਹਨੂੰ ਸਵੇਰੇ ਖਾਓਗੇ ਉਹ ਜ਼ਹਿਰ ਹੈ, ਉਹ ਨਹੀਂ ਖਾਣਾ। ਸਬਜ਼ੀ ਸਾਫ, ਜਿਵੇਂ ਅਮਰੂਦ ਹੈ ਹੁਣੇ ਬਿਨਾ ਛਿਲਕ ਦੇ, ਇਹ ਫ੍ਰਿਜ ਰੱਖ ਕੇ ਖਾ ਲੋਗੇ ਫਿਰ ਚੱਲ ਜਾਏਗਾ। ਲੇਕਿਨ ਤੁਸੀਂ ਸਬਜ਼ੀ ਬਣਾ ਕੇ, ਜਿਵੇਂ ਆ ਪਈ ਹੈ, ਅਗਰ ਇਹ ਸਬਜ਼ੀ ਤੁਸੀਂ ਬਣਾ ਕੇ ਫ੍ਰਿਜ ਰੱਖਤੀ ਤੇ ਸਵੇਰੇ ਖਾਓਗੇ, ਫਿਰ ਤੁਸੀਂ ਖਾਣਾ ਨਹੀਂ ਖਾ ਰਹੇ ਹੋ, ਤੁਸੀਂ ਜ਼ਹਿਰ ਖਾ ਰਹੇ ਹੋ।
ਇਹ ਪੂਰੇ ਭਾਰਤ ਨੂੰ ਕਹਿ ਰਿਹਾ, ਆਟਾ ਗੁੰਨ ਕੇ ਫ੍ਰਿਜ ਰੱਖ ਦੋਗੇ ਉਹ ਸਵੇਰੇ ਜ਼ਹਿਰ ਬਣਿਆ ਹੋਏਗਾ। ਸੋ ਸਾਡੀ ਆਸ਼ਾ ਕਰਦੇ ਹਾਂ ਸਾਡੀ ਜਿਹੜੀ ਜਾਣਕਾਰੀਆਂ ਨੇ ਤੁਹਾਡੇ ਕੰਮ ਆਉਣਗੀਆਂ ਆਪਣੀ ਲਾਈਫ ਦੇ ਵਿੱਚ। ਇਹ ਬਾਡੀ ਸਟਰਕਚਰ ਹੈਗਾ ਸਾਰਾ, ਇਹ ਜਿਹੜਾ ਬਾਡੀ ਸਟਰਕਚਰ ਹੈਗਾ ਬਾਹਰੋਂ ਬਹੁਤ ਸੋਹਣੇ ਦਿਖਦੇ ਆ, ਪਰੰਤੂ ਅੰਦਰ ਜਿਹੜਾ ਨੇਚਰ ਨੇ ਇਹ ਸਾਰਾ ਸਟਰਕਚਰ ਤਿਆਰ ਕੀਤਾ ਹੈਗਾ। ਸਾਰੇ ਫੇਫੜੇ, ਲੀਵਰ, ਕਿਡਨੀਆਂ, ਸਾਰਾ ਕੁਝ, ਇਹ ਸਾਰੀਆਂ ਚੀਜ਼ਾਂ ਨੇਚਰ ਦੇ ਅਧੀਨ ਚੱਲਦੀਆਂ ਨੇ। ਸੋ ਇਹਨੂੰ ਕੁਦਰਤੀ ਤਰੀਕੇ ਦੇ ਨਾਲ ਹੀ ਚਲਾਉਣਾ ਚਾਹੀਦਾ, ਨਹੀਂ ਤਾਂ ਹਸਪਤਾਲ ਖੁੱਲ੍ਹੇ ਹੀ ਨੇ। ਕੈਮਰਾਮੈਨ ਲਵਿਸ਼ ਦੇ ਨਾਲ ਅਰੁਣਾ ਹੋਜਾ, ਇੰਡੀਆ ਨਿਊਜ਼, ਚੰਡੀਗੜ੍ਹ।